बुरा शहर को नाऊं, दुख अंदोह नहीं ते ठाऊं। ना तशवीश खिराज न माल, खौफ न खता न तरस जवाल। अब मोए खूब वतन गह पाई, उहाँ खैर सदा मेरे पाई। रहाओ कायम दायम सदा पातशाही, दोम नसेम एक सो आही। आबादान सदा मशहूर, उहाँ घनी बसै मामूर। त्यों त्यों सैल करें ज्यों भावे, महरम महल न को अटकावे। कह रविदास खलास चमारा, जो हम शहरी सो मीत हमारा। वाहिगुरु जी का खालसा, वाहिगुरु जी की फतेह। ਇਹ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਕਈ ਵਾਰ ਕਈ ਉੱਚ ਕੋਟੀ ਦੇ ਕੀਰਤਨੀਏ ਇਹ ਸ਼ਬਦ ਦਾ ਕੀਰਤਨ ਕਰਦੇ ਹਨ, ਕਿਉਂਕਿ ਕੀਰਤਨ ਵਿੱਚ ਵਿਆਖਿਆ ਦਾ ਰਿਵਾਜ ਜਾਂ ਮਰਿਆਦਾ ਨਹੀਂ, ਪਰ ਵਿਚਾਰ ਕੀਤੇ ਤੋਂ ਬਿਨਾਂ ਸ਼ਬਦ ਦੇ ਡੂੰਘੇ ਭਾਵ ਸਮਝ ਵਿੱਚ ਨਹੀਂ ਆਉਂਦੇ। ਇਸੇ ਲਈ ਜਿੱਥੇ ਗੁਰਬਾਣੀ ਦੇ ਕੀਰਤਨ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ, ਉੱਥੇ ਗੁਰਬਾਣੀ ਨੂੰ ਵਿਚਾਰ ਕਰਨ ਉੱਤੇ ਵੀ ਜ਼ੋਰ ਦਿੱਤਾ ਹੈ। ਔਰ ਬਾਣੀ ਵਿੱਚ ਫਰਮਾਇਆ ਹੈ ਕਿ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਪਾਠ ਆਪ ਜੀ ਨੇ ਸਰਵਣ ਕਰ ਲਿਆ। ਇਸ ਵਿੱਚ ਕਈ ਅੱਖਰ ਐਸੇ ਹਨ ਜਿਹੜੇ ਫਾਰਸੀ ਆਦਿਕ ਵਿੱਚੋਂ ਆਏ ਹਨ। ਉਹਨਾਂ ਦਾ ਉਚਾਰਨ ਵੀ ਜਿਹੜਾ ਉਹ ਆਮ ਪ੍ਰੇਮੀਆਂ ਤੋਂ ਪਾਠੀਆਂ ਤੋਂ ਨਹੀਂ ਹੁੰਦਾ। ਮੈਂ ਵੀ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਬਿਲਕੁਲ ਠੀਕ ਕੀਤਾ, ਪਰ ਅਕਸਰ ਦੇਖਣ ਵਿੱਚ ਆਇਆ ਕਿ ਜਦੋਂ ਤੀਕਰ ਸਿੱਖਿਆ ਨਾ ਲਈ ਜਾਏ, ਸੰਥਾ ਨਾ ਲਈ ਜਾਏ, ਤਾਂ ਉਹਦਾ ਸਹੀ ਉਚਾਰਨ ਨਹੀਂ ਹੁੰਦਾ। ਇਸ ਸ਼ਬਦ ਦੀ ਵਿਚਾਰ ਕਰਨ ਸਮੇਂ ਇਹਦੇ ਉੱਤੇ ਇੱਕ ਬੜਾ ਸੁੰਦਰ ਨੋਟ ਦਿੱਤਾ ਗਿਆ। ਇਨ ਬਿਨ ਅੱਖਰ ਬਖਰ ਪੜ੍ਹਨ ਦੇ ਨਾਲ ਸਾਨੂੰ ਸ਼ਬਦ ਦੀ ਵਿਚਾਰ ਕਰਨ ਦੀ ਪ੍ਰੇਰਨਾ ਮਿਲੇਗੀ। ਇਸ ਸ਼ਬਦ ਵਿੱਚ ਦੁਨੀਆ ਦੇ ਲੋਕਾਂ ਦੇ ਮਿੱਥੇ ਹੋਏ ਸਵਰਗ ਅਤੇ ਭੇਸ਼ ਦੇ ਮੁਕਾਬਲੇ ਤੇ ਸੱਚਮੁੱਚ ਦੀ ਆਤਮਿਕ ਅਵਸਥਾ ਦਾ ਵਰਣਨ ਹੈ। ਸੁਰਗ ਭੇਸਤ ਦੇ ਤਾਂ ਸਿਰਫ ਇਕਰਾਰ ਹੀ ਹਨ, ਲਾਰੇ ਲੱਪੇ ਹੀ ਹਨ। ਮਨੁੱਖ ਸਿਰਫ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿੱਛੋਂ ਮਿਲੇਗਾ, ਪਰ ਜਿਸ ਆਤਮਿਕ ਅਵਸਥਾ ਦਾ ਇੱਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿੱਚ ਹੀ ਅਨੁਭਵ ਕਰ ਸਕਦਾ ਹੈ, ਮਾਣ ਸਕਦਾ ਹੈ। ਕਦੋਂ? ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ। ਤੋ ਸਾਧ ਸੰਗਤ, ਇਹ ਨੋਟ ਸਾਨੂੰ ਪ੍ਰੇਰਿਤ ਕਰਦਾ ਹੈ ਤੇ ਨਾਲੇ ਗੁਰਮਤਿ ਦਾ ਸਿਧਾਂਤ ਇਹ ਹੈ ਕਿ ਅਸੀਂ ਨਾ ਸਵਰਗਾਂ ਦੇ ਲਾਲਚ ਵਿੱਚ ਪੈਣਾ ਹੈ ਤੇ ਨਾ ਨਰਕਾਂ ਤੋਂ ਡਰਨਾ, ਕਿਉਂਕਿ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਉਹਨਾਂ ਨੇ ਬੜਾ ਸਪਸ਼ਟ ਲਿਖਿਆ, ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ। ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਦੇ। ਹਮ ਕਾਹੂ ਕੀ ਕਾਨ ਨ ਕੱਢਤੇ, ਆਪਣੇ ਗੁਰ ਪ੍ਰਸਾਦੇ। ਸੁਰਗ ਬਾਸ ਨ ਬਾਛੀਐ, ਡਰੀਐ ਨ ਨਰਕ ਨਿਵਾਸ। ਹੋਣਾ ਹੈ ਸੋ ਹੋਈਐ, ਮਨ ਨ ਕੀਜੈ ਆਸ।
ਇਹ ਸ਼ਬਦ, ਇਹ ਪੰਕਤੀਆਂ ਸਾਨੂੰ ਬੜੇ ਕਿਸੇ ਉੱਚੇ ਆਤਮਿਕ ਅਵਸਥਾ ਦਾ ਸੰਦੇਸ਼ ਦੇ ਰਹੀਆਂ। ਤੋ ਭਗਤ ਰਵਿਦਾਸ ਜੀ ਨੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਤੇ ਇਹ ਸ਼ਬਦ ਵਿੱਚ ਉਹ ਕਿਸੇ ਉਸ ਜਗਿਆਸੂ ਨੂੰ, ਜਿਹੜਾ ਹਾਲੀ ਰਸਤੇ ਵਿੱਚ ਤੁਰ ਰਿਹਾ ਜਾਂ ਆਪਣੇ ਧਿਆਨ ਨੂੰ ਟਿਕਾਉਣ ਲਾਉਣ ਦੇ ਚੱਕਰ ਵਿੱਚ ਹੈ, ਤੇ ਉਹ ਪੁੱਛਦਾ ਹੈ, ਭਗਤ ਜੀ ਤੁਸੀਂ ਕਿਸ ਅਵਸਥਾ ਵਿੱਚ ਰਹਿੰਦੇ ਹੋ? ਤੋ ਭਗਤ ਜੀ ਉਸ ਦਾ ਬੜਾ ਸੁੰਦਰ ਉੱਤਰ ਦਿੰਦੇ ਨੇ। ਇੱਕ ਤਰੀਕਾ ਹੈ ਸਮਝਾਉਣ ਦਾ। ਇੱਕ ਨੂੰ ਸਮਝਾਉਂਦੇ ਹਨ ਤੇ ਸਮਝੋ ਸਾਨੂੰ ਸਾਰਿਆਂ ਨੂੰ ਉਸ ਤੋਂ ਸਿੱਖਿਆ ਮਿਲਦੀ, ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਤੋ ਭਗਤ ਰਵਿਦਾਸ ਜੀ ਕਹਿੰਦੇ ਨੇ, ਅਬ ਮੋਹੇ ਖੂਬ ਵਤਨ ਗਾ ਪਾਈ। ਇਹਨੂੰ ਆਮ ਪ੍ਰੇਮੀ ਗਹਿ ਬੋਲਦੇ ਨੇ, ਗਹਿ ਨਹੀਂ ਹੈਗਾ। ਗੱਗਾ ਹਾਹਾ ਦੋਵੇਂ ਅੱਖਰ ਮੁਕਤੇ ਨੇ। ਜਿਵੇਂ ਸੈਰ ਗਾਹ ਹੁੰਦੀ ਹੈ, ਵਤਨ ਗਾਹ ਹੁੰਦੀ ਹੈ, ਹੋਰ ਕਈ ਸ਼ਬਦਾਂ ਵਿੱਚ ਇਹ ਗਾਹ ਵਰਤਿਆ ਜਾਂਦਾ। ਅਬ ਮੋਹੇ ਖੂਬ ਵਤਨ ਗਾ ਪਾਈ। ਹੁਣ ਮੋਹੇ ਮੈਨੂੰ, ਖੂਬ ਵਧੀਆ, ਉਹ ਵਤਨ ਗਾਹ, ਉਹ ਟਿਕਾਣਾ, ਉਹ ਆਤਮਿਕ ਅਵਸਥਾ ਪ੍ਰਾਪਤ ਹੋ ਗਈ। ਉੱਥੇ ਕੀ ਹੈ? ਉਹਾਂ ਖੈਰ ਸਦਾ ਮੇਰੇ ਭਾਈ। ਹੇ ਮੇਰੇ ਭਾਈ, ਉਸ ਅਵਸਥਾ ਵਿੱਚ ਸਦਾ ਹੀ ਖੈਰ ਸੁੱਖ ਹੈ। ਇੱਥੇ ਦੁਨੀਆ ਵਿੱਚ ਸਦੀਵੀ ਸੁੱਖ ਨਹੀਂ ਹੈ। ਮਨੁੱਖ ਹਰ ਵੇਲੇ ਡਾਵਾਂਡੋਲ ਹੈ, ਸਹਿਮ ਵਿੱਚ ਹੈ। ਕਿਧਰੇ ਚੋਰਾਂ ਦਾ ਡਰ ਹੈ, ਕਿਧਰੇ ਡਾਕੂਆਂ ਦਾ ਡਰ ਹੈ, ਕਿਧਰੇ ਸਰਕਾਰ ਦਾ ਡਰ ਹੈ। ਪਤਾ ਨਹੀਂ ਕਿਤਨੇ ਕੁ ਡਰ ਹਨ, ਕੋਈ ਬਿਆਨ ਨਹੀਂ ਕੀਤੇ ਜਾ ਸਕਦਾ। ਪਰ ਭਗਤ ਜੀ ਕਹਿੰਦੇ ਨੇ, ਜਿਹੜੀ ਆਤਮਿਕ ਅਵਸਥਾ ਮੈਨੂੰ ਪ੍ਰਾਪਤ ਹੋਈ ਹੈ, ਉਸ ਅਵਸਥਾ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ। ਅਬ ਮੋਹੇ ਖੂਬ ਵਤਨ ਗਾ ਪਾਈ। ਹੁਣ ਮੈਨੂੰ ਐਸੀ ਵਤਨ ਗਾ, ਐਸੀ ਵਤਨ ਦੀ ਥਾਂ, ਐਸੀ ਰਹਿਣ ਦੀ ਥਾਂ ਮਿਲੀ ਹੈ ਜਿੱਥੇ ਸਦਾ ਖੈਰੀਅਤ ਹੈ, ਸੁੱਖ ਹੀ ਸੁੱਖ ਹੈ। ਦੁੱਖ ਨਹੀਂ ਸਭ ਸੁੱਖ ਹੀ ਹੈ, ਹਾਰ ਨਹੀਂ ਸਭ ਜਿੱਤ ਹੈ। ਉੱਥੇ ਤਾਂ ਸਦਾ ਚੜ੍ਹਦੀ ਕਲਾ, ਜਿਹਨੂੰ ਬਾਬਾ ਨਾਨਕ ਜੀ ਨੇ ਜਪਜੀ ਸਾਹਿਬ ਵਿੱਚ ਫਰਮਾਇਆ ਕਿ ਨਾਨਕ ਭਗਤਾਂ ਸਦਾ ਵਿਕਾਸ। ਉਸ ਅਵਸਥਾ ਵਿੱਚ ਸੁਖ ਸਹਿਜ ਰਹਸ ਮਨ ਉਪਜੇ। ਐਸੀ ਅਵਸਥਾ ਤੇ ਮੈਂ ਪਹੁੰਚ ਚੁੱਕਾ ਹਾਂ। ਅਬ ਮੋਹੇ ਖੂਬ ਵਤਨ ਗਾ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਹੇ ਮੇਰੇ ਭਾਈ, ਹੇ ਜਗਿਆਸੂ, ਹੇ ਮਿੱਤਰ, ਮੈਨੂੰ ਤਾਂ ਐਸੀ ਅਵਸਥਾ ਪ੍ਰਾਪਤ ਹੋਈ ਹੈ ਜਿੱਥੇ ਸਦਾ ਸੁੱਖ ਹੀ ਸੁੱਖ। ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਸ਼ਹਿਰ ਦਾ ਨਾਮ ਬੇਗਮਪੁਰਾ ਹੈ। ਦੇਖੋ, ਅੱਖਰ ਉਚਾਰਨ ਕਰਦਿਆਂ ਸਾਰੀ ਸਮਝ ਆ ਜਾਣ। ਕਈ ਸ਼ਹਿਰ ਨੇ ਇਸ ਦੁਨੀਆ ਵਿੱਚ, ਉਹਨਾਂ ਦੇ ਨਾਮ ਵੀ ਹੈਗੇ ਨੇ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ, ਜਿਸ ਸ਼ਹਿਰ ਦਾ ਹੁਣ ਮੈਂ ਵਾਸੀ ਹਾਂ, ਬੇਗਮਪੁਰਾ, ਉਸ ਦਾ ਨਾਮ ਹੈ ਬੇਗਮਪੁਰਾ, ਜਿੱਥੇ ਕੋਈ ਗਮ, ਕੋਈ ਚਿੰਤਾ, ਕੋਈ ਫਿਕਰ ਹੈ ਹੀ। ਦੁੱਖ ਅੰਦੋਹ ਨਹੀਂ ਤੇ ਠਾਉ। ਉੱਥੇ ਕੋਈ ਦੁੱਖ ਨਾਮ ਦੀ ਚੀਜ਼ ਹੀ ਨਹੀਂ ਹੈ। ਉੱਥੇ ਕਿਸੇ ਤਰ੍ਹਾਂ ਦਾ ਅੰਦੇਸ਼ਾ ਹੀ ਨਹੀਂ ਹੈਗਾ, ਕੋਈ ਫਿਕਰ ਹੀ ਨਹੀਂ ਹੈਗਾ। ਉੱਥੇ ਕੋਈ ਚਿੰਤਾ ਹੈ ਹੀ ਨਹੀਂ। ਹੁਣ ਪ੍ਰਭੂ ਸਿਮਰਨ ਦੀ ਬਰਕਤ ਦੇ ਨਾਲ ਮੈਂ ਐਸੀ ਅਵਸਥਾ ਨੂੰ ਪ੍ਰਾਪਤ ਕਰ ਲਿਆ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਉ। ਉੱਥੇ ਕੋਈ ਚਿੰਤਾ ਹੈ ਹੀ ਨਹੀਂ, ਕਿਉਂਕਿ ਪਾਤਸ਼ਾਹ ਨੇ ਉਸ ਅਵਸਥਾ ਤੇ ਸਾਨੂੰ ਪਹੁੰਚਾਉਣ ਲਈ ਬਾਣੀ ਵਿੱਚ ਬਹੁਤ ਸਾਰੇ
ਸ਼ਬਦ ਦੱਸੇ ਹਨ, ਜੀਵਨ ਜਾਚ ਦੱਸੀ ਹੈ, ਪਰ ਅਫਸੋਸ ਅਸੀਂ ਨਾ ਉਹਨਾਂ ਦੀ ਵਿਚਾਰ ਕਰਦੇ ਹਾਂ ਤੇ ਨਾ ਉਹਨਾਂ ਉੱਤੇ ਚੱਲਣ ਦਾ ਯਤਨ ਕਰਦੇ। ਇਹ ਜ਼ਰੂਰ ਚਾਹੁੰਦੇ ਹਾਂ ਕਿ ਸਾਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਏ। ਪਰ ਆਓ ਭਗਤ ਰਵਿਦਾਸ ਜੀ ਦੇ ਇਹ ਸ਼ਬਦ ਤੋਂ ਸਾਨੂੰ ਕਈ ਗੱਲਾਂ ਪ੍ਰਾਪਤ ਹੋਣਗੀਆਂ ਤੇ ਉਹਨਾਂ ਗੱਲਾਂ ਨੂੰ ਜਾਣ ਕੇ ਅਸੀਂ ਵੀ ਗੁਰੂ ਮਹਾਰਾਜ ਦੀ ਦੱਸੀ ਹੋਈ ਜੀਵਨ ਜਾਚ, ਕਿਉਂਕਿ ਮੈਂ ਦੇਖਦਾ ਕਿ ਬਹੁਤ ਸਾਰੇ ਲੋਕ ਗੁਰਬਾਣੀ ਨੂੰ ਮੰਤਰ ਰੂਪੀ ਉਚਾਰਨ ਕਰਦੇ, ਇੰਨੀ ਵਾਰੀ ਪੜ੍ਹੋ, ਇੰਨੇ ਪਾਠ ਕਰੋ। ਨਹੀਂ, ਗੁਰਬਾਣੀ ਤਾਂ ਜੀਵਨ ਜਾਚ ਹੈ। ਇਹ ਤਾਂ ਹਰ ਜਗਿਆਸੂ ਨੂੰ ਇਸ ਮਾਤ ਲੋਕ ਵਿੱਚ ਰਹਿੰਦਿਆਂ ਇਹੋ ਜਿਹੀ ਜੀਵਨ ਜਾਚ ਸਿਖਾਲਦੀ ਹੈ, ਜਿਸ ਜੀਵਨ ਜਾਚ ਨੂੰ ਅਪਣਾ ਕੇ ਅਸੀਂ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ। ਤੋ ਭਗਤ ਜੀ ਕਹਿੰਦੇ ਹਨ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ। ਉਹ ਸ਼ਹਿਰ ਦੇ ਅੰਦਰ ਨਾ ਕੋਈ ਦੁੱਖ ਹੈ ਤੇ ਨਾ ਕੋਈ ਅੰਦੇਸ਼ਾ ਹੈ, ਨਾ ਕੋਈ ਚਿੰਤਾ ਹੈ। ਤੇ ਠਾਉ ਉਸ ਜਗ੍ਹਾ ਤੇ ਨਾ ਤਸ਼ਵੀਸ਼ ਖਿਰਾਜ ਨਾ ਮਾਲ। ਹੁਣ ਇਹ ਅੱਖਰ ਜਿਹੜੇ ਨੇ ਤਸ਼ਵੀਸ਼, ਆਮ ਤੌਰ 'ਤੇ ਅਸੀਂ ਵਰਤਦੇ ਤੇ ਹਾਂ ਜਦੋਂ ਕੋਈ ਸੋਚ ਹੋਵੇ, ਕੋਈ ਘਬਰਾਹਟ ਹੋਵੇ। ਸਾਡਾ ਕੋਈ ਸੱਜਣ ਮਿੱਤਰ ਪੁੱਛਦਾ, ਕੀ ਗੱਲ ਜੀ, ਤੁਸੀਂ ਕਿਸ ਤਸ਼ਵੀਸ਼ ਵਿੱਚੋਂ, ਤੁਸੀਂ ਕਿਹੜੀ ਚਿੰਤਾ ਵਿੱਚ ਹੋ? ਅਸੀਂ ਫਿਰ ਆਪਣੀ ਚਿੰਤਾ ਦਾ ਕਾਰਨ ਦੱਸਦੇ ਹਾਂ। ਉਹ ਜੀ ਸਾਨੂੰ ਬੜਾ ਡਰ ਹੈ, ਮਹਿਕਮੇ ਵਾਲੇ ਇਉਂ ਨਾ ਕਰਨ, ਕਿਧਰੇ ਸਰਕਾਰ ਇਉਂ ਨਾ ਕਰੇ, ਕਿਧਰੇ ਸਾਡੇ ਤੇ ਟੈਕਸ ਨਾ ਲੱਗ ਜਾਏ। ਕਹਿੰਦੇ ਜਿਸ ਆਤਮਿਕ ਅਵਸਥਾ ਵਿੱਚ ਮੈਂ ਪਹੁੰਚਿਆ ਹਾਂ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕੋਈ ਕਿਸੇ ਤਰ੍ਹਾਂ ਦਾ ਖਿਰਾਜ ਟੈਕਸ ਨਹੀਂ ਹੈ। ਇੱਥੇ ਤੇ ਬੜੇ ਟੈਕਸ ਨੇ। ਦੁਕਾਨਦਾਰ ਇੰਨੇ ਫਿਕਰ ਵਿੱਚ ਰਹਿੰਦੇ ਨੇ, ਇੰਨੀਆਂ ਹੇਰਾ ਫੇਰੀਆਂ ਹੁੰਦੀਆਂ ਨੇ, ਕਈ ਤਰ੍ਹਾਂ ਦੇ ਹਿਸਾਬ ਡਬਲ ਰਜਿਸਟਰ ਬਣਾਉਣੇ ਪੈਂਦੇ ਨੇ, ਸਰਕਾਰ ਨੂੰ ਵਿਖਾਉਣ ਲਈ ਹੋਰ, ਆਪਣੇ ਮਤਲਬ ਲਈ ਹੋਰ। ਕਿਉਂ? ਕਿਉਂਕਿ ਡਰ ਹੈ। ਪਰ ਭਗਤ ਜੀ ਕਹਿੰਦੇ ਨੇ ਜਿਸ ਅਵਸਥਾ ਤੇ ਮੈਂ ਪਹੁੰਚ ਗਿਆ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਹੈ। ਉੱਥੇ ਕਿਸੇ ਤਰ੍ਹਾਂ ਦੀ ਕੋਈ ਸੋਚ, ਕੋਈ ਚਿੰਤਾ ਹੈ ਹੀ ਨਹੀਂ। ਖੌਫ ਨ ਖਤਾ ਨ ਤਰਸ ਜ਼ਵਾਲ, ਨਾ ਉੱਥੇ ਕਿਸੇ ਤਰ੍ਹਾਂ ਦਾ ਖੌਫ ਹੈ ਤੇ ਨਾ ਖਤਾ ਹੈ। ਖਤਾ ਮੈਨੂੰ ਹੁੰਦਾ ਗਲਤੀ, ਕੋਈ ਗਲਤੀ ਕਰੇਗਾ ਤੇ ਫਿਰ ਹੀ ਉਸ ਨੂੰ ਸਜ਼ਾ ਦਾ ਡਰ ਹੈ। ਉਸ ਅਵਸਥਾ ਵਿੱਚ ਨਾ ਕੋਈ ਡਰ ਹੈ, ਨਾ ਕੋਈ ਗਲਤੀ, ਨਾ ਕਿਸੇ ਤੋਂ ਤਰਸ ਦਇਆ ਮੰਗਣ ਦੀ ਲੋੜ ਹੈ ਤੇ ਨਾ ਉੱਥੇ ਕੋਈ ਜ਼ਵਾਲ ਘਾਟਾ ਨੁਕਸਾਨ ਹੁੰਦਾ। ਕਹਿਣ ਦਾ ਮਤਲਬ ਇੱਕ ਐਸੀ ਬੇਫਿਕਰੀ ਦੀ ਅਵਸਥਾ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਰੋਜ਼ ਸਾਨੂੰ ਸਮਝਾਉਂਦੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਮੈਂ ਕਹਿੰਦਾ ਜਿਹੜਾ ਗੁਰੂ ਕਾ ਸਿੱਖ ਗੁਰੂ ਮਹਾਰਾਜ ਦੇ ਦੱਸੇ ਅਨੁਸਾਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਨਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰੱਖਿਆ। ਅੱਜ ਵੀ ਅਨੇਕਾਂ ਗੁਰੂ ਕੇ ਸਿੱਖ ਐਸੇ ਮਿਲਦੇ ਹਨ ਜਿਹੜੇ ਬਾਣੀ ਦੇ ਦੱਸੇ ਅਨੁਸਾਰ ਚੱਲਦੇ ਨੇ ਔਰ ਹਰ ਵੇਲੇ ਆਨੰਦ ਵਿੱਚ ਰਹਿੰਦੇ ਨੇ। ਤੋ ਭਗਤ ਜੀ ਕਹਿੰਦੇ ਨੇ, ਭਾਈ ਮੈਂ ਤੇ ਹੁਣ ਉਸ ਸ਼ਹਿਰ ਦਾ ਵਾਸੀ ਹਾਂ ਜਿਸ ਨੂੰ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ,
ना तशवीश खिराज न माल, खौफ न खता न तरस जवाल। अब मोहे खूब वतन गाह पाई, वहाँ खैर सदा मेरे भाई। शब्दावली ते बड़ी स्पष्ट है, पर असी क्योंकि विचार करन तो महीने हैं, इसलिए सानू बड़ा औखा लगता ते औखा समझ के असी समझने भी साड़ी समझ विच नहीं। विचार करन दे नाल जिस तरह दुध विचों मक्खन प्राप्त करनी, घ्यो प्राप्त करनी मेहनत ते करनी पैंदी। इसलिए भगत कबीर जी ने कहा है, हर का बिलोव न बिलोवो मेरे भाई, सहज बिलोव जैसे तत न जाई। हुण साध संगत जिस तरह असी पाठ कर रहे हैं या जिवें पाठ कीते जा रहे हैं, ਉਹਦੇ ਵਿੱਚ ਤੇ ਦੌੜ ਲੱਗੀ ਹੋਈ ਹੈ। ਉਹਦੇ ਵਿੱਚ ਤੇ ਫਿਕਰ ਹੈ ਵੀ ਇੰਨੇ ਘੰਟੇ ਵਿੱਚ ਅਸੀਂ ਭੋਗ ਪਾਉਣਾ, ਇੰਨੇ ਘੰਟਿਆਂ ਵਿੱਚ ਅਸੀਂ ਇੰਨੇ ਅੰਗ ਕਰਨੇ। ਉੱਥੇ ਵਿਚਾਰ ਦੀ ਗੱਲ ਕੌਣ ਕਰਦਾ? ਮੈਨੂੰ ਬੜੀ ਖੁਸ਼ੀ ਹੋਈ, ਕੁਝ ਸਮਾਂ ਹੋਇਆ ਮੈਂ ਇੰਫਾਲ ਗਿਆ। ਮੈਂ ਇੰਫਾਲ ਦੀ ਸੰਗਤ ਦੇ ਨਿਕਟ ਰਹਿ ਕੇ ਬੜਾ ਆਨੰਦ ਮਾਣਿਆ ਤੇ ਉੱਥੇ ਉਹਨਾਂ ਨੂੰ ਇੱਕ ਬੜੀ ਵਧੀਆ ਰਵਾਇਤ। ਪਹਿਲੀ ਗੱਲ ਤਾਂ ਇਹ ਕਿ ਪਾਠ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਕਿ ਇੰਨੇ ਘੰਟਿਆਂ ਵਿੱਚ ਭੋਗ ਪਾਉਣਾ। ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਆਰੰਭ ਕਰ ਲਿਆ। ਲੋਕ 48 ਘੰਟਿਆਂ ਵਿੱਚ ਭੋਗ ਪਾਉਂਦੇ ਨੇ, ਉਹਨਾਂ ਨੇ ਸ਼ਾਇਦ ਇਸ ਤੋਂ ਵੱਧ 60 ਘੰਟਿਆਂ ਵਿੱਚ ਭੋਗ ਪਾਇਆ ਜਾਂ ਇਸ ਤੋਂ ਵੀ ਵੱਧ ਸਮਾਂ। ਦਿਨ ਵੇਲੇ ਬੀਬੀਆਂ ਬੜੇ ਪਿਆਰ ਵਿੱਚ ਭਿੱਜ ਕੇ ਪਾਠ ਕਰਦੀਆਂ, ਰਾਤ ਨੂੰ ਸਾਰੇ ਸਿੰਘ ਪਾਠ ਕਰਦੇ। ਬੜਾ ਹੀ ਆਨੰਦ, ਕੋਈ ਕਾਹਲੀ ਨਹੀਂ, ਕੋਈ ਘਬਰਾਹਟ ਨਹੀਂ, ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ। ਫਿਰ ਆਨੰਦ ਕਿਉਂ ਨਾ ਆਵੇਗਾ? ਸੱਚਮੁੱਚ ਇਸੇ ਤਰ੍ਹਾਂ ਜੇ ਅਸੀਂ ਬਾਣੀ ਨੂੰ ਇਉਂ ਵਿਚਾਰ ਕੇ ਪੜ੍ਹੀਏ ਤੇ ਬਾਣੀ ਵਿੱਚੋਂ ਸਾਨੂੰ ਇਹ ਜੀਵਨ ਜਾਚ ਮਿਲੇਗੀ। ਭਗਤ ਜੀ ਕਹਿੰਦੇ ਨੇ, ਅਬ ਮੋਹੇ ਖੂਬ ਵਤਨ ਗਾ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਉਸ ਅਵਸਥਾ ਵਿੱਚ ਹਮੇਸ਼ਾ ਖੈਰ, ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹੈ। ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ। ਕਾਇਮ ਦਾਇਮ, ਸਦਾ ਕਾਇਮ ਰਹਿਣ ਵਾਲੀ, ਜਿਸ ਨੂੰ ਕੋਈ ਖਤਰਾ ਨਹੀਂ ਹੈਗਾ। ਕਿਉਂਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਇਲੈਕਸ਼ਨਾਂ ਹੁੰਦੀਆਂ ਨੇ, ਵੋਟਾਂ ਪੈਂਦੀਆਂ ਨੇ, ਮੈਂਬਰ ਬਣਦੇ ਨੇ, ਫਿਰ ਕੋਈ ਮੁੱਖ ਮੰਤਰੀ ਕੋਈ ਮੰਤਰੀ ਬਣਦਾ, ਪਰ ਖਤਰਾ ਹਰ ਵੇਲੇ। ਜੇ 2-4 ਮੈਂਬਰ ਟੁੱਟ ਕੇ ਉਧਰ ਚਲੇ ਜਾਣ ਤਾਂ ਖਤਰਾ ਹੈ ਤਖਤਾ ਪਲਟ ਦੇਣ। ਪਰ ਭਗਤ ਜੀ ਕਹਿੰਦੇ ਨੇ, ਜਿਸ ਅਵਸਥਾ ਨੂੰ ਮੈਂ ਪ੍ਰਾਪਤ ਕੀਤਾ ਉੱਥੇ ਕਾਇਮ ਦਾਇਮ ਸਦਾ ਪਾਤਸ਼ਾਹੀ। ਉਹ ਪਾਤਸ਼ਾਹੀ ਹੈ ਜਿਹੜੀ ਕਾਇਮ ਦਾਇਮ ਸਦਾ ਕਾਇਮ ਹੈ। ਫਿਰ ਉੱਥੇ ਦਾ ਕਮਾਲ ਇੱਕ ਹੋਰ ਹੈ, ਦੋਮ ਨ ਸੇਮ ਏਕ ਸੋ ਆਹੀ। ਆਮ ਤੌਰ 'ਤੇ ਇੱਥੇ ਦਰਜੇ ਹਨ, ਇਹ VIP ਹਨ ਜੀ, ਵੈਰੀ ਇੰਪੋਰਟੈਂਟ ਪਰਸਨ ਹਨ। ਇਹਨਾਂ ਦੀ ਕੁਰਸੀਆਂ ਇਹ ਹਨ, ਇਹ ਉੱਥੇ ਬੈਠਣਗੇ, ਫਲਾਣੇ ਉੱਥੇ ਬੈਠਣਗੇ। ਇਹਨਾਂ ਦਰਜਿਆਂ ਨੇ ਸਾਡਾ ਸਾਰਾ ਸਮਾਜ ਖੇਰੂ ਖੇਰੂ ਕਰ ਦਿੱਤਾ। ਭਗਤ ਜੀ ਕਹਿੰਦੇ ਨੇ, ਜਿਸ ਪਾਤਸ਼ਾਹੀ ਵਿੱਚ ਮੈਂ ਵਿਚਰਦਾ ਉੱਥੇ ਕੋਈ ਦਰਜਾ ਬਦਰਜਾ ਐਸਾ ਨਹੀਂ। ਦੋਮ ਨ ਸੇਮ ਏਕ ਸੋ ਆਹੀ। ਉੱਥੇ ਸਭ ਇੱਕ ਅਵਸਥਾ ਵਿੱਚ, ਉੱਥੇ ਕਿਸੇ ਨੂੰ ਕੋਈ ਘੱਟ ਦਰਜਾ ਜਾਂ ਵੱਧ ਦਰਜਾ ਨਹੀਂ। ਆਬਾਦਾਨ ਸਦਾ ਮਸ਼ਹੂਰ। ਉੱਥੇ ਸਦਾ ਹੀ ਆਬਾਦੀ ਹੈ। ਆਬਾਦਾਨ ਦਾ ਮਤਲਬ ਹੈ ਆਬਾਦ, ਵਸਦਾ, ਕੁੱਗ, ਰੌਣਕਾਂ ਹੀ ਰੌਣਕਾਂ ਹਨ। ਉੱਥੇ ਕਦੇ ਉਜਾੜਾ ਨਹੀਂ ਹੁੰਦਾ। ਉੱਥੇ ਕਿਸੇ ਨੂੰ ਉਠਾਇਆ ਜਾਂ ਕਿਸੇ ਨੂੰ ਉੱਥੇ ਅਦਲ ਬਦਲ ਨਹੀਂ ਕੀਤਾ ਜਾਂਦਾ।
और वो अवस्था, वो नगर सदा मशहूर, बड़ी प्रसिद्धि वाला है। उहाँ गनी बसै मामूर, उस शहर के अंदर जिसका नाम बेगमपुरा है, उत्थे वो लोग रहिंदे ने जिहड़े बड़े अमीर ने और जिहड़े रजे होए ने, जिन्हां नूं किसी तरह की कोई तृष्णा, कोई भुख नहीं है। त्यों त्यों सैल करें ज्यों भावै, फिर उस अवस्था ते पहुंचे हुए मनुख त्यों त्यों सैल करें। सैल करन दा मतलब आनंद माणदे ने, मन मर्जी नाल तुरदे फिरदे, उत्थे कोई रोक टोक नहीं हैगी। इत्थे मैं देखिया कई पार्कां विच, कई थावां ते इधर नहीं जा सकते, इधर नहीं जा सकते, कई तरह दीयां रोकां हन। पर भगत जी कहते ने त्यों त्यों सैल करें ज्यों भावै, ज्यों ज्यों उन्होंने चंगा लगता अपनी मन मर्जी नाल विचरते हैं। महरम महर न को अटकावे, उस महल दे ओ महरम ने, पेती ने, उत्थे उन्होंने कोई अटकाउंदा नहीं, कोई रोक टोक नहीं, किसी तरह की कोई पाबंदी नहीं, कोई वखरेवा नहीं, कोई ऊंच नीच नहीं। मुकदी गल भगत जी ने इस उच्ची अवस्था का जिक्र झलकारा सानू विखा दिता है ते अखीर विच निचोड़े कढ़िया। कह रविदास खलास चमारा, रविदास जी कहते हैं मैं इन्हां सारिया चीज़ों तो खलासी पा ली। खलास का मतलब है रहत हो जाना। मैनू हुण किसी तरह की कोई चिंता नहीं, कोई फिक्र नहीं, कोई तशवीश नहीं, कोई टैक्स नहीं देना मैं किसी को। कह रविदास खलास चमारा। देखो भगत जी की उच्चता, लोग इत्थे जातां पातां विच फसे, पर बाणी ते इस गल की गारंटी देंदी है कि जिहड़ा नाम जपेगा, जिस नीच को कोई न जाने, नाम जपत ओ चौकुंट माने। जिहड़ा नाम जपेगा, जिहड़ा सिमरन करेगा, उन्हों किसी प्रसिद्धि की डौंडी पटाण की लोड़ नहीं, उन्हों तो आपे ही सारी दुनिया जान। आख्या जिस तरह रतन लुकाया लुकै नाही, जे को रखै लुकाई। तो गल की भगत जी ने सिमरन की बरकत के नाल जिस अवस्था नूं प्राप्त किया है, उहदी सांझ साडे वर्गे दुनियावी फिकरां चिंतावां विच मर रहे लोकां लई उन्होंने मार्गदर्शन किया। कह रविदास खलास चमारा, जो हम शहरी सो मीत हमारा। आख्या साडी मित्रता उहदे नाल है जिहड़ा साडा शहरी, जिवें एक शहर विच रहण वाले नूं असीं कहने जी ये साडा शहरी है, ये साडा भरा है, ये भी उसे महल्ले विच रहिंदा है। कहंदे जो हम शहरी सो मीत हमारा, साडी मित्रता उन्हां नाल है। वो साडे असली सत्संगी मित्र हैं जिहड़े इस अवस्था ते पहुंचे हुए हैं। तो भगत जी दे इस शब्द नूं पढ़िया बहुत जाता है, पर जे विचारिया जाए तो इस तो प्रेरणा लैके असी भी इस मार्ग ते चलीए, तो फिर सानू किसी नरक तो डरन की लोड़ नहीं, स्वर्ग की इच्छा करने की लोड़ नहीं। कमन नरक क्या सुर्ग बिचारा, संतन दो राते, हम काहू की कान न कढ़ते, अपने गुर प्रसादे। तो भगत जी ने अपार कृपा की है। इस पावन शब्द के अंदर सानू प्रेरणा भी की है, जानकारी भी दी है, अते उत्थे तक पहुँचण का रस्ता भी समझाया। वाहिगुरु जी का खालसा, वाहिगुरु जी की फतेह।